आकाशवाणी चंडीगढ़ तो पेश है समाचार दर्शन। ਅੱਜ ਦੇ ਅੰਕ ਵਿੱਚ ਸ਼ਾਮਲ ਹੈ ਸੰਵਿਧਾਨ ਦਿਵਸ ਅਤੇ ਖੇਤੀ ਕਾਨੂੰਨਾਂ ਦੀ ਵਾਪਸੀ ਦੇ ਫੈਸਲੇ ਤੇ ਪ੍ਰਤੀਕਿਰਿਆ। ਦੇਸ਼ ਕੱਲ੍ਹ 72ਵਾਂ ਸੰਵਿਧਾਨ ਦਿਵਸ ਮਨਾਉਣ ਜਾ ਰਿਹਾ ਹੈ। ਇਸ ਸਿਲਸਿਲੇ ਵਿੱਚ ਆਕਾਸ਼ਵਾਣੀ ਦੇ ਸਮਾਚਾਰ ਵਿਭਾਗ ਵੱਲੋਂ ਅੰਬਾਲਾ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਰਤਨ ਲਾਲ ਕਟਾਰੀਆ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਸੰਵਿਧਾਨ ਦਿਵਸ ਤੇ ਚਾਨਣਾ ਪਾਉਂਦਿਆਂ ਕਿਹਾ, भारत माता के लाल जननायक नरेंद्र मोदी जी ने 2015 से संविधान दिवस भारत की संसद के सेंट्रल हॉल में मनाना शुरू किया। इस दिन भारत के कर्णधारों ने, संविधान के निर्माताओं ने 26 नवंबर 1949 को भारत का संविधान राष्ट्र को समर्पित किया था। और इस दिन हम याद करते हैं कि किस प्रकार से भारत के कर्णधारों ने भारत के अंदर लोकतंत्र का एक सपना लिया, जिसको पूर्ण करने में हम पिछले 70 सालों से भी ज्यादा वर्षों से लगे हुए हैं। दुनिया के हम उन चंद देशों में से हैं जिन्होंने मौलिक अधिकार, जनता के नीति के निर्देशक जो सिद्धांत हैं, उनका संविधान के अंदर वर्णन किया। हमारे देश के कर्णधारों ने इस बात की शपथ ली थी कि हम भारतवर्ष के अंदर इस प्रकार का राज्य स्थापित करेंगे कि जो किसी भी प्रकार का रंग भेद की इजाजत नहीं देगा, और हम अपने देश से छुआछूत को समाप्त करके रहेंगे। ऐसा बाबा साहब डॉक्टर भीमराव अंबेडकर, जो इस संविधान की ड्राफ्टिंग कमेटी के चेयरमैन थे, उन्होंने संविधान के विभिन्न धाराओं में हर प्रकार से नागरिकों की आजादी को बचाने के लिए, उनके अधिकारों की रक्षा के लिए काम किया है। हम बाबा साहब डॉक्टर भीमराव अंबेडकर एवं संविधान सभा के सभी सदस्यों को नतमस्तक करते हैं कि आज इतना बेहतरीन संविधान हमारे को दिया गया। ਮੁਹਾਲੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਮਨਪ੍ਰੀਤ ਸਿੰਘ ਚਾਹਲ ਨੇ ਸੰਵਿਧਾਨ 'ਚ ਮਿਲੇ ਅਧਿਕਾਰਾਂ ਅਤੇ ਲੋਕਾਂ ਦੇ ਕਰਤੱਵਾਂ ਦੀ ਗੱਲ ਕਰਦਿਆਂ ਕਿਹਾ, ਸਾਡਾ ਸੰਵਿਧਾਨ ਬਾਬਾ ਸਾਹਿਬ ਅੰਬੇਦਕਰ ਦੀ ਸਖਤ ਮਿਹਨਤ ਸਦਕਾ ਇਹ ਸਾਡੇ ਦੇਸ਼ ਵਿੱਚ ਲਾਗੂ ਹੋਇਆ, ਜਿਹਦੇ ਨਾਲ ਅਸੀਂ ਅੱਜ ਆਜ਼ਾਦ ਭਾਰਤ ਵਿੱਚ ਸਾਹ ਲੈ ਰਹੇ ਹਾਂ। ਸਾਡੇ ਸੰਵਿਧਾਨ ਦੀ ਦੇਣ ਹੈ ਕਿ ਅੱਜ ਸਾਨੂੰ ਵੋਟ ਪਾਉਣ ਦਾ ਅਧਿਕਾਰ, ਸਾਨੂੰ ਲੀਡਰ ਆਪਣੇ ਆਪ ਚੁਣਨ ਦਾ, ਸਰਕਾਰ ਚੁਣਨ ਦਾ ਅਧਿਕਾਰ ਮਿਲਿਆ। ਸੰਵਿਧਾਨ ਨਾਲ ਸਾਨੂੰ ਬਹੁਤ ਸਾਰੇ ਸਾਡੀਆਂ ਡਿਊਟੀਆਂ ਹੈ, ਸਾਡੇ ਬਹੁਤ ਸਾਰੇ ਕਰਤੱਵ ਹੈ, ਜਿਨ੍ਹਾਂ ਨਾਲ ਸਾਨੂੰ ਅੱਜ ਅਸੀਂ ਕਿਸੇ ਦੇ ਆਪਣੇ ਰਾਈਟ ਟੂ ਐਕਸਪ੍ਰੈਸ਼ਨ ਹੈ, ਰਾਈਟ ਟੂ ਸਪੀਕ ਹੈ, ਲੋਕਤੰਤਰ ਵਾਸਤੇ ਜ਼ਰੂਰੀ ਹੈ ਕਿ ਅਸੀਂ ਕਿਸੇ ਦੇ ਖਿਲਾਫ ਵੀ ਕੁਝ ਬੋਲ ਸਕਦੇ ਹਾਂ, ਤੇ ਸਾਡਾ ਉਹਦੇ ਨਾਲ ਸੰਵਿਧਾਨ ਸਾਡੇ ਕਰਤੱਵ ਵੀ ਨਿਸ਼ਚਿਤ ਕਰਦਾ ਹੈ ਕਿ ਅਸੀਂ ਜੋ ਬੋਲੀਏ ਸਾਡੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ, ਤੇ ਅਸੀਂ ਆਪਣੇ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਬੋਲੀਏ। ਸੰਵਿਧਾਨ ਦੇ ਨਾਲ ਹੀ ਸਾਨੂੰ ਵੋਟ ਦਾ ਅਧਿਕਾਰ ਹੈ। ਸਾਡਾ ਦੇਸ਼ ਲੋਕਤਾਂਤਰਿਕ ਦੇਸ਼ ਹੈ, ਤੇ ਇਹ ਸਿਰਫ ਸੰਵਿਧਾਨ ਦੀ ਦੇਣ ਹੈ ਕਿ ਸਾਡਾ ਲੋਕਤੰਤਰ ਦੀਆਂ ਜੜ੍ਹਾਂ ਇੰਨੀਆਂ ਮਜ਼ਬੂਤ ਹੈ ਕਿ ਸਾਡਾ ਸਭ ਤੋਂ ਵੱਡਾ ਲੋਕਤੰਤਰ ਹੈ ਵਰਲਡ ਵਿੱਚ। ਸਾਡਾ ਇੱਕ ਲਿਖਤੀ ਸੰਵਿਧਾਨ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡਾ ਲਿਖਤ ਵਿੱਚ ਸੰਵਿਧਾਨ ਹੈ। ਲਿਖਤ ਵਿੱਚ ਹੋਣ ਕਰਕੇ ਸਾਡੀਆਂ ਇਹ ਰਾਈਟ, ਸਾਡੀਆਂ ਡਿਊਟੀਆਂ ਤੇ ਸਟੇਟ ਦੀਆਂ ਡਿਊਟੀਆਂ ਤੇ ਇੱਕ ਵੈਲਫੇਅਰ ਸਟੇਟ ਵਾਸਤੇ ਹੋਈ ਹੈ, ਉਹ ਚੀਜ਼ਾਂ ਨੂੰ ਪੂਰੀ ਤਰ੍ਹਾਂ ਨਿਸ਼ਚਿਤ ਕਰਦਾ ਹੈ ਕਿ ਕਿਸ ਤਰ੍ਹਾਂ ਸਰਕਾਰ ਚੱਲੂਗੀ, ਕਿਸ ਤਰ੍ਹਾਂ ਲੋਕ ਪੱਖੀ ਸਰਕਾਰ ਹੋਣੀ ਚਾਹੀਦੀ। ਤੇ ਇਹਦੇ ਨਾਲ ਹਰ ਚੀਜ਼ ਵਾਸਤੇ ਇੱਕ ਪ੍ਰੋਸੀਜਰ ਪੈਦਾ ਹੋਇਆ ਹੈ, ਜਿਹਦੇ ਨਾਲ ਕੋਈ ਚਾਹੇ ਕਿਸੇ ਵੀ ਕਿਸਮ ਦਾ ਵਿਅਕਤੀ ਹੈ, ਉਹਦਾ ਪ੍ਰੋਪਰ ਟ੍ਰਾਇਲ ਹੁੰਦਾ ਹੈ, ਤੇ ਉਹਦੇ ਬਾਵਜੂਦ ਉਹਨੂੰ ਵੀ ਅਸੀਂ, ਸਾਡੇ ਸੰਵਿਧਾਨ ਦੀ ਖੂਬਸੂਰਤੀ ਹੈ ਕਿ ਉਹਨੂੰ ਵੀ ਲੀਗਲ ਏਡ ਮਿਲਦੀ ਹੈ। ਭਿਵਾਨੀ ਤੋਂ ਐਡਵੋਕੇਟ ਪੁਨੀਤ ਮਹਿਤਾ ਨੇ ਵੀ ਇਸ ਤੇ ਆਪਣੇ ਵਿਚਾਰ ਰੱਖੇ। 26 नवंबर को हम अपना 72वां संविधान दिवस मना रहे हैं। संविधान ने ही इस देश को नियम और कानून दिए हैं। बहुत खुशी की बात है, संविधान से ही एक देश चलता है। इस संविधान में हमें अपने मूलभूत अधिकार और हमारे कुछ जिम्मेदारियां भी हमें दी है। संविधान के हिसाब से हर देश के नागरिक को अपनी जिम्मेदारी का पालन करना चाहिए, और जो उसके अधिकार हैं उस अधिकारों से अपने संविधान की रक्षा करनी चाहिए, क्योंकि ये संविधान हमें बहुत मेहनत और बहुत मुश्किल से मिला है। आजादी के लिए हमारे लोगों ने बलिदान दिए, उसके बाद जाके हमें संविधान की प्राप्ति हुई है। ਖੇਤੀ ਕਾਨੂੰਨਾਂ ਦੀ ਵਾਪਸੀ ਤੇ ਕੇਂਦਰੀ ਮੰਤਰੀ ਮੰਡਲ ਨੇ ਵੀ ਮੋਹਰ ਲਾ ਦਿੱਤੀ ਹੈ। ਸਾਡੇ ਪੱਤਰਕਾਰਾਂ ਨੇ ਦੋਹਾਂ ਸੂਬਿਆਂ ਦੇ ਵੱਖ-ਵੱਖ ਹਿੱਸਿਆਂ 'ਚ ਸਿਆਸੀ ਆਗੂਆਂ ਅਤੇ ਹੋਰ ਲੋਕਾਂ ਦਾ ਪ੍ਰਤੀਕਰਮ ਦਰਜ ਕੀਤਾ। ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ, प्रधानमंत्री नरेंद्र मोदी जी ने
तीनों कृषि बिल वापस लेने की घोषणा की। तमाम किसानों को इसका स्वागत करना चाहिए, अपने धरने समाप्त कर देने चाहिए और अपने अपने घरों को जाकर अपने नियमित कामों की ओर लगना चाहिए। ਰਾਜ ਸਭਾ ਮੈਂਬਰ ਦੁਸ਼ਯੰਤ ਗੌਤਮ ਨੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ, परम आदरणीय नरेंद्र मोदी जी का बहुत बहुत धन्यवाद करता हूँ। तीनों बिल वापसी लिए हैं कि कृषक जाए अपने खेतों में जाए और जो कार्य करते हैं उस कार्य को गति दे, देश हित में दे, राष्ट्रीय हित में दें। और ये प्रधानमंत्री का बहुत बड़ा निर्णय है जो जनता को समर्पित है। पुनः मैं देश के प्रधानमंत्री जी का बहुत बहुत धन्यवाद करता हूँ। ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਸਾਨਾਂ ਨੂੰ ਘਰ ਪਰਤਣ ਦੀ ਅਪੀਲ ਕਰਦਿਆਂ ਕਿਹਾ, ਨਰਿੰਦਰ ਭਾਈ ਮੋਦੀ ਜੀ ਦਾ ਉਹਨਾਂ ਦੀ ਸਰਕਾਰ ਦਾ ਇਸ ਗੁਰਪੁਰਬ ਵਾਲੇ ਦਿਨ ਜਿਹੜੇ 3 ਕ੍ਰਿਸ਼ੀ ਕਾਨੂੰਨ ਉਹਨਾਂ ਨੇ ਵਾਪਸ ਲਏ ਨੇ, ਉਹਨਾਂ ਦਾ ਆਭਾਰ ਪ੍ਰਗਟ ਕਰਦਾ, ਧੰਨਵਾਦ ਕਰਦਾ। ਔਰ ਸਾਰੇ ਜਿਹੜੇ ਆਪਣੇ ਪੰਜਾਬੀ ਵੀਰ ਨੇ ਇਸ ਅੰਦੋਲਨ 'ਚ ਜਿਹੜੇ ਆਪਣੇ ਕਿਸਾਨ ਵੀਰ ਗਏ ਹੋਏ ਸੀ, ਉਹਨਾਂ ਨੂੰ ਪ੍ਰਧਾਨ ਮੰਤਰੀ ਜੀ ਨੇ ਘਰ ਵਾਪਸ ਜਾਣ ਲਈ ਵੀ ਕਿਹਾ। ਮੈਨੂੰ ਲੱਗਦਾ ਕਿ ਹੁਣ ਅੰਦੋਲਨ ਦਾ ਕੋਈ ਔਚਿਤਯ ਨਹੀਂ ਹੈ, ਕਿਸਾਨ ਵੀਰਾਂ ਨੂੰ ਘਰ ਆਉਣਾ ਚਾਹੀਦਾ। ਪਹਿਲੀ ਖੁਸ਼ੀ ਨਰਿੰਦਰ ਭਾਈ ਮੋਦੀ ਜੀ ਨੇ ਕਰਤਾਰਪੁਰ ਦਾ ਲਾਂਘਾ ਖੋਲ ਕੇ ਸਾਰੀ ਨਾਨਕ ਨਾਮ ਸੰਗਤ ਨੂੰ ਦਿੱਤੀ ਔਰ ਦੂਜਾ ਕ੍ਰਿਸ਼ੀ ਕਾਨੂੰਨ ਵਾਪਸ ਲਿਆ ਕੇ ਵੱਡੇ ਦਿਲ ਦਾ ਪਰਿਚੈ ਦਿੱਤਾ। ਜਨਨਾਇਕ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਜੇ ਸਿੰਘ ਚੌਟਾਲਾ ਨੇ ਸਿਰਸਾ 'ਚ ਕਿਸਾਨਾਂ ਨੂੰ ਵਧਾਈ ਦਿੰਦਿਆਂ ਕਿਹਾ, किसान लंबे समय से संघर्षरत थे। हम तो पहले भी बार बार कहते रहे हैं कि किसान आंदोलन समाप्त हो, इनकी समस्याओं का निदान हो। प्रधानमंत्री जी ने आज पर एक साहसिक निर्णय लिया है। जहां उनका फैसला है वहीं किसानों की भी जीत हुई है। मैं उनको भी मुबारकबाद और बधाई देता हूं। और निकट भविष्य में प्रधानमंत्री जी जो भी कोई कृषि से संबंधित और कानून बनाएंगे वो किसान संगठनों के साथ बैठ करके उनकी राय लेकर के बनाएंगे ताकि उसके सार्थक परिणाम निकलें। सरकार की तरफ से जो निर्णय हुआ है मैं उसकी सराहना करता हूं और उनको बधाई और मुबारकबाद देता हूं। ਫਰੀਦਾਬਾਦ 'ਚ ਟਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ ਨੇ ਇਸ ਫੈਸਲੇ ਦਾ ਸਵਾਗਤ ਕੀਤਾ। देश के प्रधानमंत्री आदरणीय नरेंद्र मोदी जी ने जो फैसला लिया है पहले भी जनता के हित में था और किसान नहीं चाहते थे बिल लागू हों और जनता के हित में जो देश के प्रधानमंत्री ने वापस लिए हैं। और मैं प्रधानमंत्री जी के फैसले का स्वागत और धन्यवाद करता हूं और देश के हित में किसानों के हित में जो फैसला लिया है मैं उनका धन्यवाद करता हूं। ये देश के प्रधानमंत्री जो कहा देश के हित में कहा, 130 करोड़ लोगों के कहा है और देश की मर्यादा को प्रधानमंत्री समझते हैं, गुरु उम्र है तो इसकी आज सबसे पवित्र दिन है कि प्रधानमंत्री ने घोषणा की है और जो लोगों के हित में है किसानों के। देश के प्रधानमंत्री नरेंद्र मोदी पे सारा दुनिया उन पे भरोसा करती है, दुनिया भरोसा करती है तो अपने लोगों को भरोसा नहीं है क्या? ਕਿਸਾਨਾਂ ਅਤੇ ਹੋਰ ਆਮ ਲੋਕਾਂ ਨੇ ਵੀ ਇਸ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਭਿਵਾਨੀ ਤੋਂ ਹੀ ਕਿਸਾਨ ਬਲਵਾਨ ਸਿੰਘ ਅਤੇ ਅਨਿਲ ਕੁਮਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਿਆਂ ਕਿਹਾ, गुरु पर्व पर प्रधानमंत्री ने जो घोषणा की है तीनों कृषि कानून वापस लेने के लिए हम उसका स्वागत करते हैं और प्रधानमंत्री का धन्यवाद करते हैं। आज प्रधानमंत्री नरेंद्र मोदी जी ने जो 3 कृषि कानून वापस लिए हैं उसका युवा कल्याण संगठन स्वागत करता है। और अब जो सेशन चलेगा इसमें MSP C2 का कानून बनाए जिससे किसान हितैषी मोदी जी कहलाएंगे। हम आशा करते हैं कि इस सेशन में 3 कृषि कानून तो रद्द करने की आज जो बात कही है वो रद्द करेंगे और MSP C2 का कानून बनाए। ਮੁਕਤਸਰ ਜ਼ਿਲ੍ਹੇ ਤੋਂ ਕਿਸਾਨ ਅੰਮ੍ਰਿਤਪਾਲ ਸਿੰਘ ਨੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ, ਮੋਦੀ ਸਰਕਾਰ ਨੇ ਇਹ ਕਾਨੂੰਨ ਖੇਤੀ ਕਾਨੂੰਨ ਰੱਦ ਕੀਤੇ ਹਨ। ਇਹ ਕਿਸਾਨਾਂ ਦੀ 1 ਸਾਲ ਤੋਂ ਮਿਹਨਤ ਸੀ ਜਿਹੜੀ ਉਹਦਾ ਫਲ ਮਿਲਿਆ ਹੈ ਅੱਜ ਕਿਸਾਨਾਂ ਨੂੰ। ਇਸ ਨਾਲ ਕਿਸਾਨੀ ਜੋ ਖੇਤੀ ਕਾਨੂੰਨਾਂ ਦਾ ਨੁਕਸਾਨ ਹੋਣਾ ਸੀਗਾ, ਖੇਤੀ ਕਾਨੂੰਨਾਂ ਨਾਲ ਅਸਰ ਹੋਣਾ ਸੀਗਾ ਖੇਤੀ ਤੇ ਉਸ ਤੋਂ ਖੇਤੀ ਬਚ ਸਕੇਗੀ ਤੇ ਮੈਂ ਮੋਦੀ ਸਰਕਾਰ ਦਾ ਧੰਨਵਾਦ ਕਰਦਾ ਜੀ। ਮੁਹਾਲੀ 'ਚ ਕਿਸਾਨ ਨੇਤਰਪਾਲ ਸਿੰਘ ਨੇ ਕੱਲ ਮੰਤਰੀ ਮੰਡਲ ਦੀ ਕਾਰਵਾਈ ਤੇ ਟਿੱਪਣੀ ਦਿੱਤੀ। 33 कानून जो प्रधानमंत्री जी ने ये तीनों वापस लिए मैं उनकी बहुत प्रशंसा करता हूँ। कैबिनेट ने उस पर मोहर लगा दिया है और वो संसद में पेश किए जाएंगे वापस लेने के हित में। मेरे किसान वीरों को बेनती है कि वो वापस आ जाएं। मोदी जी बहुत अच्छे लीडर हैं, हमारे किसानों के लिए काम कर रहे हैं। पंचकुला तो स्वर्ण सिंह सोनू ने फैसले का स्वागत करदਿਆਂ ਕਿਹਾ, गुरु पर्व दिवस के ऊपर हमारे माननीय प्रधानमंत्री श्री नरेंद्र मोदी जी ने जो ऐतिहासिक जो फैसला लिया है मैं उसका अभिनंदन करता हूं। और मोदी जी ने फिर साबित किया कि उनके लिए देश सबसे बड़ा है और यही एक सशक्त नेतृत्व की पहचान है।
ਫਾਜ਼ਿਲਕਾ ਆੜਤੀਆ ਐਸੋਸੀਏਸ਼ਨ ਦੇ ਸਕੱਤਰ ਨੇ ਵਧਾਈ ਦਿੰਦਿਆਂ ਕਿਹਾ, ਮਨੀਸ਼ ਕਟਾਰੀਆ, ਸੈਕਟਰੀ ਆੜਤੀਆ ਐਸੋਸੀਏਸ਼ਨ ਫਾਜ਼ਿਲਕਾ। ਅੱਜ ਜਿਹੜੇ ਕ੍ਰਿਸ਼ੀ ਕਾਨੂੰਨ ਰੱਦ ਹੋਏ ਨੇ, ਤਿੰਨੋਂ ਕ੍ਰਿਸ਼ੀ ਕਾਨੂੰਨ, ਉਹਦੇ ਵਾਸਤੇ ਜਿਹੜੇ ਕਿਸਾਨੀ ਦਾ ਸੰਘਰਸ਼ ਸਾਡੇ ਜਿਹੜੇ ਸਾਰੇ ਹਿੰਦੁਸਤਾਨ ਦੇ ਲੋਕ ਜਾਰੀ ਕੀਤਾ ਹੋਇਆ ਸੀ, ਉਹਦੇ ਵਿੱਚ ਉਹਨਾਂ ਦੀ ਬਹੁਤ ਵੱਡੀ ਜਿੱਤ ਹੋਈ ਹੈ। ਔਰ ਮੈਂ ਸਮਝਦਾ ਕਿ ਇਹਦੇ ਵਿੱਚ ਸਾਡੇ ਕਿਸਾਨ ਭਰਾ, ਮਜ਼ਦੂਰ ਭਰਾ, ਆੜਤੀ ਵਰਗ ਔਰ ਜਿਹੜੇ ਛੋਟੇ ਵੱਡੇ ਦੁਕਾਨਦਾਰ ਨੇ, ਉਹਨਾਂ ਦੀ ਵੀ ਬਹੁਤ ਵੱਡੀ ਜਿੱਤ ਹੋਈ ਹੈ, ਕਿਉਂਕਿ ਉਹ ਇਸ ਚੀਜ਼ ਦਾ ਇਹ ਡਾਇਰੈਕਟ ਇਨਡਾਇਰੈਕਟ ਅਸਰ ਉਹਨਾਂ ਤੇ ਵੀ ਬਿਲਕੁਲ ਜਾਣਾ ਸੀ। ਔਰ ਸਾਰੇ ਜਿਹੜੇ ਸਾਡੇ ਕਿਸਾਨ ਭਰਾ, ਮਜ਼ਦੂਰ ਭਰਾ, ਸਾਡੇ ਆੜਤੀ ਭਰਾ, ਦੁਕਾਨਦਾਰ ਭਰਾ, ਉਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਕਿ ਉਹਨਾਂ ਨੇ ਜਿਹੜਾ ਇਹ ਸੰਘਰਸ਼ 1 ਸਾਲ ਤੋਂ ਜਿਹੜਾ ਬਾਰਡਰਾਂ ਤੇ ਬਹਿ ਕੇ ਕਿਸਾਨਾਂ ਦੇ ਜਿਹੜੇ ਹਿੱਤ ਦੇ ਵਿੱਚ ਕ੍ਰਿਸ਼ੀ ਕਾਨੂੰਨ ਰੱਦ ਕਰਾਏ ਨੇ, ਉਹਨਾਂ ਨੂੰ ਇਸ ਚੀਜ਼ ਦੀ ਬਹੁਤ-ਬਹੁਤ ਵਧਾਈ ਹੈ। ਇਸ ਦੇ ਨਾਲ ਹੀ ਸਮਾਚਾਰ ਦਰਸ਼ਨ ਦਾ ਇਹ ਅੰਕ ਖਤਮ ਹੁੰਦਾ ਹੈ। ਪੇਸ਼ਕਸ਼ ਅਸ਼ਵਨੀ ਕੁਮਾਰ ਸ਼ਰਮਾ, ਵਾਚਿਕਾ ਚੰਚਲ ਸ਼ਰਮਾ, ਪੇਸ਼ਕਾਰੀ ਸਹਾਇਕ ਸੁਖਵਿੰਦਰ ਸਿੰਘ।